अस्सलाम वालेकुम नाज़रीन, प्रोग्राम जुर्म बेनकाब के साथ मैं हूं कैसर खान। नाज़रीन, आजकल बहुत सारे ऐसे वाक़यात सामने आ रहे हैं जिसमें ससुराली अपनी बहुओं पर जुल्म की इंतहा करते हैं और इस हद तक जुल्म करते हैं कि वो जान से उन लोगों को मार दिया जाता है। एक ऐसा ही वाक़या पेश आया कंगनपुर के इलाका में, जहां पर एक लड़की को उसके ससुराली इसलिए तशद्दुद का निशाना बनाते थे कि वो उनको अपने मैके से पैसे ला कर दे ताकि उनके बेटे का खर्चा चल सके। लेकिन जब वो ये काम ना कर पाई तो उसी के घर में घुसकर, यानी कि लड़की नाराज होकर अपने मैके आ चुकी थी और उसी के घर में आकर उसके शोहर ने मुबैना तौर पर उसको गोलियां मारकर कत्ल कर दिया। आज के प्रोग्राम जुर्म बेनकाब में हम इसी जुल्म और जुर्म को बेनकाब करें। इस वक्त जी हमारे साथ मौजूद हैं कंगनपुर में हमारे नुमाइंदा हमीद कसूरी, उनसे हम बात करते हैं इस केस के हवाले से। जी हमीद, बताइएगा। जी बहुत शुक्रिया जी कैसर भाई। पहले तो ये इस अफसोसनाक वाक़े साथ यहाँ पर जो एक जो इलाके के लोग हैं उनमें एक खौफ की लहर बन गई है। ये अफसोसनाक वाक़या एक अपनी जो बीवी को शोहर ने इतनी बेदर्दी से, बेरहमी से कत्ल कर दिया है, ये उसका मामूल था। रोज़ाना को उसको मारना, पीटना, उस पर तशद्दुद करना, ये उसका मामूल था। और उसकी जो आदत थी वो यहाँ तक पहुँच गई कि उसने एक दिन उसको कत्ल करने पे पहुँच गया। यहाँ पर ये जो उनके जो मामू हैं या उनकी जो वालदा है, बच्ची का जो वालिद है वो पहले से वो इंतकाल कर चुका है, लेकिन जो बच्ची के जो वो अपने मामू के पास रहती थी और वो बच्ची उसका ये होता था कि वो वहाँ पे अगर 1-2 दिन के लिए, 3 दिन के लिए वहाँ अपने शोहर के पास गई, उसने तशद्दुद करके वहाँ पर वापस घर भेज दिया। कि वजह क्या होती थी कि जाओ और मेरे लिए पैसे लेके आओ। वो बच्ची को बार बार उसको तशद्दुद का निशाना बनाना, उसका मुतालबा होता था कि जाओ और मेरे लिए 2 लाख रुपया, 3 लाख रुपया लेके आओ, उसका ये मामूल था। इस वक्त हमारे साथ मौजूद हैं मकतूला की वालदा और उनसे हम बात करते हैं सारे मामले के हवाले से। सब तो पहला माँ जी, सानू बड़ा अफसोस है जो जुल्म होया तुहाडे नाल, तुहाडी बेटी नाल। ਇਹ ਦੱਸੋ, ਤੁਸੀਂ ਸਾਨੂੰ ਪਹਿਲਾਂ ਵੀ ਦੱਸਿਆ ਕਿ 3 ਸਾਲ ਹੋ ਗਏ ਨੇ ਸ਼ਾਦੀ ਨੂੰ ਜੀ, ਤੇ ਇਹ ਆਪਣੇ ਸ਼ਾਦੀ ਹੋਈ ਸੀ ਕਿ ਬੇਗਾਨੀਆਂ ਚ ਹੋਈ ਸੀ? ਬਗਾਨਿਆਂ ਚ ਬੇਗਾਨੀਆਂ ਚ ਹੋਈ ਸੀ। ਤੇ ਕਦੋਂ ਇਹ ਮਾਮਲਾ ਖਰਾਬ ਹੋਇਆ, ਲੜਾਈ ਝਗੜਾ? ਪਹਿਲੇ ਦਿਨ ਤੋਂ ਲੱਗਦੇ ਖਰਾਬ ਹੋ ਗਿਆ। ਆ ਸਾਰਾ ਦੱਸੋ ਕਿ ਪਹਿਲੇ ਦਿਨ ਤੋਂ ਸ਼ਾਦੀ ਹੋਈ, ਉਸ ਤੋਂ ਬਾਅਦ ਫਿਰ ਕਿਸ ਤਰ੍ਹਾਂ ਦਾ ਰਵੱਈਆ ਸੀ? ਪਹਿਲੇ ਦਿਨ ਤੋਂ ਸ਼ਾਦੀ ਹੋਈ ਹੈ ਕਿ 4-5 ਦਿਨ ਗੁਜ਼ਰੇ ਨੇ, ਉਸ ਤੋਂ ਬਾਅਦ ਉਹਦੀ ਸੱਸ ਉਹਦੇ ਨਾਲ ਲੜਨਾ ਸ਼ੁਰੂ ਕਰਦੀ ਹੈ। ਉਸ ਤੋਂ ਬਾਅਦ ਲੜਦੀ ਰਹੀ, ਬਸ ਮੇਰੀ ਬੇਟੀ ਗੁਜ਼ਾਰਾ ਕਰਦੀ ਰਹੀ, ਕੋਈ ਨਹੀਂ ਅੱਜ ਵੀ ਸਹੀ ਹੋ ਜਾਂਦੇ, ਅੱਜ ਵੀ ਸਹੀ ਹੋ ਜਾਂਦੇ। ਫਿਰ 2-4 ਮਹੀਨੇ ਗੁਜ਼ਰੇ, ਉਹਨੇ ਉਹਨੂੰ ਨਾ ਮਾਰਿਆ, ਕੁੱਟਿਆ ਸੋਟੀਆਂ ਨਾਲ। ਸੱਸ ਨੇ ਮਾਰਿਆ ਕਿ ਖਾਵਨ ਨੇ? ਸੱਸ ਨੇ ਮਾਰਿਆ। ਲੜਾਈਆਂ ਝੜਕੇ ਚੱਲਦੇ ਰਹੇ, ਅਸੀਂ ਜਾਂਦੇ ਰਹੇ, ਸੁਲ੍ਹਾਂ ਕਰਾਉਂਦੇ ਰਹੇ। 2-3 ਦਫਾ ਅਸੀਂ ਸੁਲ੍ਹਾਂ ਕਰਾ ਕੇ ਆਏ ਉੱਧਰ ਵੀ ਚਲੋ ਕੋਈ ਨਹੀਂ, ਫਿਰ ਬੱਚੀ ਹੈ, ਤੁਸੀਂ ਗੁਜ਼ਾਰਾ ਕਰੋ ਜਾਂ ਤੁਸੀਂ ਜਿਵੇਂ ਤੁਹਾਡੇ ਕੋਲ ਗੁਜ਼ਾਰਾ ਹੁੰਦਾ ਕਰੋ। ਇਵੇਂ ਕਰਦਿਆਂ ਕਰਾਉਂਦਿਆਂ ਹੌਲੀ ਸਾਡਾ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ ਉਹਨੇ। ਸਮਾਨ ਵੇਚਣਾ, ਅਸੀਂ ਫਿਰ ਮੁੰਡੇ ਨੂੰ ਫੋਨ ਕੀਤਾ ਵੀ ਸਾਡਾ ਸਮਾਨ ਨਾ ਵੇਚ, ਚੁੱਪ ਕਰ ਤੇ ਲਿਆ ਤੇ ਨਾ ਘਰ ਰੱਖ ਦੇ। ਉਹਨੇ ਉੱਥੇ ਘਰ ਰੱਖ ਦਿੱਤਾ, ਲਿਆ ਤੇ ਚੁੱਕ ਦੇ। ਕੀਰੀ ਮੇਰੀ ਬੇਟੀ ਲੜਦੀ ਘੁਲਦਿਆਂ ਨਾਲ ਗੁਜ਼ਾਰਾ ਕਰਦੀ ਰਹੀਆਂ ਵੀ ਚਲੋ ਕੋਈ ਨਹੀਂ ਅੰਮੀ। ਮੇਰੇ ਤਾਂ ਰੰਡੀ ਰੰਨਾ, ਮੇਰਾ ਕੋਈ ਬੰਦਾ ਸਿਰ ਤੇ ਕੋਈ ਨਹੀਂ। ਮੇਰੀ ਬੱਚੀ ਯਤੀਮ ਬੱਚੀ ਸੀ, ਮੇਰੀ ਬੱਚੀ ਨਾਲ ਜ਼ੁਲਮ ਕਰਦੇ ਰਹਿਣ, ਬੜਾ ਮਾਰਿਆ, ਕੁੱਟੇ ਉਹਨੇ, ਉਹਨਾਂ ਨਿਸ਼ਾਨ ਬਣਾਏ ਸਿਰ ਤੇ, ਮੋਹਰਾਂ ਤੇ ਸਾਰੇ। ਮੇਰੀ ਬੇਟੀ ਇੱਥੇ ਆ, ਅਸੀਂ ਗਿਆ ਲੈ, ਫਿਰ ਬਾਅਦ 'ਚ ਅਸੀਂ ਸਮਾਨ ਲੈਣ ਗਏ ਨਾ, ਸਾਨੂੰ ਸਮਾਨ ਨਾ ਚੁੱਕਣ ਦਿੱਤਾ। ਅਸੀਂ 2 ਸਾਲ ਹੋ ਗਏ ਚੁੱਪ ਕਰਦੇ ਬੈਠੇ ਰਹੇ, ਅੱਜ ਵੀ ਸਹੀ ਹੋ ਜਾਂਦਾ। ਖੀਰੀ 2-4 ਮਹੀਨੇ ਗੁਜ਼ਰੇ, ਉਹਨਾਂ ਮੁੰਡੇ ਨੂੰ ਕੱਢ ਦਿੱਤਾ, ਮੁੰਡਾ ਵੀ ਇੱਥੇ ਆ ਗਿਆ। ਅੱਛਾ, ਮੁੰਡਾ ਜਿਹੜਾ ਖਾਵਨ ਸੀ ਤੁਹਾਡੀ ਬੇਟੀ ਦਾ, ਉਹ ਵੀ ਇੱਥੇ ਆ ਗਿਆ। ਜਦੋਂ ਇੱਥੇ ਆਇਆ, ਖਰਚਾ ਨਹੀਂ ਦਿੰਦਾ ਸੀ ਉਹਨੂੰ, ਨਾ ਜੁੱਤੀ ਨਾ ਕੱਪੜਾ, ਈਦ ਬਰਾਤ ਕੁਛ ਸ਼ੈ ਨਹੀਂ ਉਹਨੂੰ ਦਿੰਦਾ ਸੀ। ਬਸ ਆਣਾ ਕੱਪੜੇ ਧਵਾ ਤੇ ਰਾਤ ਰਹਿ ਕੇ ਚਲਾ ਜਾਂਦਾ, 2-4 ਦਿਨਾਂ ਬਾਅਦ ਫਿਰ ਆ ਜਾਂਦਾ, ਵੀਰੇ ਧਵਾ ਤੇ ਫਿਰ ਲੈ ਜਾਂਦਾ, ਫਿਰ ਚਲਾ ਜਾਂਦਾ। ਗੁਜ਼ਾਰਾ ਕਰਦੀ ਆਈ। ਮੇਰੀ ਬੇਟੀ ਤਲਾਕ ਲੈਣ ਤੇ ਨਹੀਂ ਖੁਸ਼ ਹੋਈ ਸੀ। ਮੇਰੀ ਬੇਟੀ ਕਹਿੰਦੀ ਸੀ ਮੈਂ ਆਪਣਾ ਘਰ ਵਸਾਉਣਾ। ਫਿਰ ਵੀ ਆਂਦੀ ਚਲੋ ਕੋਈ ਨਹੀਂ। ਹੁਣ ਫਿਰ ਸਾਨੂੰ ਕਹਿੰਦਾ ਮੈਂ ਤੁਹਾਡਾ ਸਮਾਨ ਚੁਆਣਾ, ਤੇ ਚਲੋ ਆਪਾਂ ਰਲ ਕੇ ਚੁੱਕ ਲਈਏ ਸਮਾਨ। ਅਸੀਂ ਸਮਾਨ ਚੁੱਕਣ ਗਏ, ਮੇਰੇ ਭਾਈ ਵੀ ਸਾਰੇ ਸਮਾਨ ਚੁੱਕਣ ਗਏ, ਤੇ ਸਗੋਂ ਕਹਿੰਦਾ ਮੈਨੂੰ ਪੈਸੇ ਘਲਾਵੋ। ਮੈਂ ਪੈਸੇ ਲੈ ਕੇ ਤੇ ਮੈਂ SHO ਨੂੰ ਦੇ ਕੇ ਤੇ ਸਮਾਨ ਚੁੱਕਣਾ, ਆਪਾਂ ਚੁੱਕ ਲਈ। ਅਸੀਂ ਆਖਿਆ ਚਲੋ ਠੀਕ ਹੈ। ਅਸੀਂ पैसे खिलाए ने तो घंटे बाद फ़ोन कर दिया, सामान चुकन ना आया नहीं। इस वक्त जी हमारे साथ मौजूद है मकतूला के मामू और इस केस की मुद्दई, और उनसे हम बात करते हैं सारे मामले के हवाले से।
ਸਭ ਤੋਂ ਪਹਿਲਾਂ ਜੀ ਜਨਾਬ ਸਾਨੂੰ ਬੜਾ ਅਫਸੋਸ ਹੈ ਜੋ ਜ਼ੁਲਮ ਹੋਇਆ ਤੁਹਾਡੀ ਭਾਂਜੀ ਨਾਲ। ਇਹ ਦੱਸੋ ਕਿ ਕੀ ਮਾਮਲਾ ਕਿੱਥੋਂ ਸ਼ੁਰੂ ਹੋਇਆ ਹੈ? ਗੱਲ ਇਸ ਤਰ੍ਹਾਂ ਤੱਕ ਚਲੀ ਗਈ ਕਿ ਉਹਨੂੰ ਮਾਰ ਦਿੱਤਾ ਘਰ ਆ ਕੇ ਤੁਹਾਡੇ ਜਵਾਈ ਨੇ? ਉਹ ਸਾਰੇ 3 ਸਾਲ ਹੋ ਗਏ ਨੇ। ਅੱਛਾ। ਇਹ ਆਪਣੇ ਮਾਂ ਪਿਓ ਨਾਲ ਵੀ ਵਿਗੜਿਆ ਫਿਰਦਾ ਹੈ, ਸਾਨੂੰ ਵੀ ਧਮਕੀਆਂ ਦਾ ਹੈ। ਬੱਚੀ ਕभी इधर आ जाती कभी उधर जाती। ਹੁਣ ਮਗਰ ਆਇਆ ਤੇ ਮੈਂ ਇੱਧਰ ਨਜ਼ਦੀਕ ਫਿਰਨਾ ਇੱਥੇ ਵਿਹੜੇ 'ਚ, ਮੈਂ ਕਿਹਾ ਚਲੋ ਸਾਡਾ ਜਵਾਈ ਹੈ, ਅੰਦਰ ਚਲਾ ਗਿਆ। ਅੱਗੇ ਵੀ ਆਉਂਦਾ ਜਾਂਦਾ ਸੀ, ਇਹ ਨਹੀਂ ਮਸਲਾ ਸੀ। ਤੇ ਅੰਦਰ ਜਾ ਕੇ ਉਹਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਤੇ ਬੰਦੂਕ ਲੈ ਕੇ ਉਸ ਟਾਈਮ ਤੁਹਾਨੂੰ ਨਜ਼ਰ ਨਹੀਂ ਆਇਆ ਕਿ ਬੰਦੂਕ ਉਹਦੇ ਕੋਲ? ਨਹੀਂ ਨਜ਼ਰ ਨਹੀਂ, ਲਾਈਟ ਆਈ ਮੈਂ ਹੈ ਨਹੀਂ ਸੀ। ਅੱਛਾ, ਲਾਈਟ ਨਹੀਂ ਸੀ। ਹਾਂਜੀ ਪਿਸਟਲ ਸੀ। पिस्टल से? ਹਾਂਜੀ 2 अच्छा। ਪਿਸਟਲਸ। अच्छा, ਹਾਂਜੀ तो कुछ सोच के आया कि मारना ही ਉਹਨੇ उनको? ਆਂਦੇ ਜੀ ਫਾਇਰਿੰਗ ਸ਼ੁਰੂ ਕਰ ਦਿੱਤੀ। ਅਸੀਂ ਰੋਣੇ ਪਿੱਟਣ ਲੱਗ ਪਏ। ਉਹਨੇ ਉਹ ਮੋਟਰਸਾਈਕਲ ਦੀ ਸਟਾਰਟ ਕੀਤੀ ਜਾਓ ਜੰਨਾ ਤੇ। ਅੱਛਾ, ਤੇ ਇਹ ਆਪਣਾ ਇੱਥੇ ਐਸੇ ਪਿੰਡ ਦਾ ਰਿਹਾਇਸ਼ੀ ਕਿਸੇ ਹੋਰ ਪਿੰਡ ਦਾ? ਨਹੀਂ ਜੀ ਉਹ ਮੰਡੀ ਸਮਾਨ ਵਾਲੇ। ਮੰਡੀ ਉਸਮਾਨ ਵਾਲੇ ਵੀ ਆਈ ਸੀ ਬੇਟੀ। ਹਾਂਜੀ ਤੇ ਇਹ ਦੱਸੋ ਕਿ ਰਿਸ਼ਤਾ ਪਸੰਦ ਅਗਰ ਐਸੇ ਲੋਕ ਸਨ ਤੇ ਫਿਰ ਪਹਿਲਾਂ ਜਾਂਚ ਪੜਤਾਲ ਨਹੀਂ ਕੀਤੀ ਕਿ ਕੌਣ ਲੋਕ ਨੇ? ਇਹ ਗਿਆ ਰਹੀ ਸੀ, ਪਤਾ ਨਹੀਂ ਚੱਲਿਆ। ਬਸ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਉਤਲੇ ਕਰਾਉਣ ਵਾਲੇ ਕਿਸ ਤਰ੍ਹਾਂ ਕਰਾ ਦਿੰਦੇ ਨੇ। ਕਿਸੇ ਜਾਣਨ ਵਾਲੇ ਨੇ ਕਰਾਇਆ ਸੀ ਜਾਂ ਕੀ ਮਾਮਲਾ ਸੀ? ਮਾੜਾ ਜਿਹਾ ਜਾਣਨ ਵਾਲਾ ਸੀ, ਉਹਨੇ ਕਿਹਾ ਅੱਛਾ ਘਰ ਹੈ ਉਹ ਫਲਾਣੇ ਟਿਮ ਕੇ ਜਿਹਦੇ ਬੱਚੀ उधर घूम के गई 8वें दिन तकरीब मेरी इधर आ गई। बात करते हैं SHO थाना कंगनपुर साजिद साहब से। साजिद साहब बताइएगा सारे केस के हवाले से कब आपको इत्तला मिली और सारे मामला क्या हैं और क्या उनके बच्ची के लाहिकीन का क्या कहना है? जी ये एक FIR दर्ज होती है 11 तारीख को, जिसमें हमें इन्फॉर्मेशन मिलती है कि एक घर में एक औरत को फायर मारे गए हैं और फायर भी उसका खामद आके मार के चला गया। तो मेरी टीम पहुंचती है, मैं ख़ुद भी मौके पे जाता हूँ, लोगों से पूछा जाता है, शवाहद भी इकट्ठे किए जाते हैं। हमारे पास इन्फॉर्मेशन यही थी कि उसका खामद उसको मार के चला गया। तो मीनवाइल FIR हम फौरी दर्ज कर देते हैं। तो अब की जो सूरत हाल आपको बता दूं कि मुल्ज़म ने बेल करवा ली हुई है, तो हम अपनी तफ्तीश का दायरा कार मज़ीद कर रहे हैं। तो इंशाल्लाह हम इसमें मेरिट करेंगे, किसी के साथ ज़्यादती नहीं होगी। यानी कि सारे जो मामलात हैं जो लवाहिकीन हैं मकतूला के उनके हवाले से, क्योंकि हमारी बात भी उन्होंने कैटेगोरिकली आपका बताया भी कि फ़ौरन आपने FIR भी दर्ज की है और तफ्तीश भी आप कर रहे हैं। तो यानी कि मेरिट पर तफ्तीश होगी, जो भी कातिल होगा चाहे उसका खामन है या कोई और है वो सामने आ जाए। जी इंशाल्लाह बिल्कुल वो सामने लेके आएंगे और उसको कैफरे किरदार तक भी पहुँचाएंगे। बिल्कुल सही है जी। तफ्तीश इस केस की जारी है। FIR में जैसा कि SHO साहब ने भी बता दिया कि FIR के मुताबिक जो मकतूला की वालदा है और मकतूला का जो मामू है जो इस केस का मुद्दई, उन्होंने यही कहा है जी कि शोहर ने ही कत्ल किया है। पुलिस तफ्तीश कर रही है और जो शोहर है और उसने बेल करवाई हुई है, लेकिन जो ही बेल क्लियर होगी तो सामने तफ्तीश भी होगा वो शख्स। और अगर वो कातिल हुआ, अगर उसने कत्ल किया और डेफिनेटली जैसे कि SHO साजिद साहब ने बता दिया कि उसको कानून के मुताबिक कड़ी से कड़ी सज़ा मिलेगी। और अगर कोई और कातिल निकला इस सारी तफ्तीश में तो उस पर भी इंसाफ होगा। जो मकतूला है उसे उसकी वालदा को इंसाफ ज़रूर मिलेगा। पैसे कितने भिजवाए सर जी? ਅਸੀਂ 30,000 ਰੁਪਇਆ ਪਹੁੰਚਵਾਇਆ ਸੀ ਉਹਨੂੰ। अच्छा, 30,000 रुपया वो ਤੁਹਾਡੇ ਦਮਾਦ ਨੇ ਲੈ ਲਿਆ, ਜਵਾਈ ਨੇ ਲੈ ਲਿਆ? ਹਾਂਜੀ। ਅੱਛਾ। ਤੇ ਫਿਰ ਅਖੀਰੀ ਇਹਨੇ ਕੀ ਕੰਮ ਕੀਤਾ, ਇਹਨੇ ਫਿਰ ਫੋਨ ਕਰਤਾ ਸੀ, ਫਿਰ ਚਲੇ ਗਏ ਇਹਦੇ ਮਾਪਿਓ ਕੋਲ ਸਾਡਾ ਸਮਾਨ ਚਵਾਓ। ਉਹਦੇ ਮਾਪਿਓ ਨੇ ਕਿਹਾ ਪਿਆਜ ਚੁੱਕ ਲਿਓ ਨੂੰ ਕੋਲ ਲੈ ਆਵੋ। ਤੇ ਅਸੀਂ ਗਏ ਮੇਰੇ ਬਾਈ ਬਾਜ਼ਾਰ। ਤੁਹਾਡੀ ਬੇਟੀ ਦਾ ਜੀ, ਖਾਵਨ ਸਾਡਾ ਖਾਵਨ। ਜਵਾਈ ਉਹਨੂੰ ਮਨਾਉਣ ਵਾਸਤੇ ਗਿਆ ਵੀ ਚੱਲ ਆ, ਉਹਨੂੰ ਆਖਿਆ ਤੂੰ ਚੁੱਕ ਲਓ ਸਮਾਨ, ਚੱਲ ਆ ਸਾਨੂੰ ਚਵਾ ਸਮਾਨ। ਅਸੀਂ ਉਹਨਾਂ ਨੂੰ ਮਨਾ ਲਿਆ। ਖੀਰੀ ਉਹ ਆਪ ਬਦਲ ਗਿਆ ਮੇਰੇ, ਉਹਨੇ ਸਮਾਨ ਨਹੀਂ ਸਾਨੂੰ ਚੁੱਕਿਆ। ਯਾਨੀ ਕਿ ਪੈਸੇ ਵੀ ਲੈ ਲਏ, 30,000 ਰੁਪਏ ਵੀ ਲੈ ਲਿਆ ਤੁਹਾਡੇ ਜਵਾਈ ਨੇ ਜੀ। ਤੇ ਜਾਣ ਕੇ ਫਿਰ ਉਹ ਮੁਕਰ ਗਿਆ ਜੀ, ਸਮਾਨ ਵੀ ਨਹੀਂ ਚੁੱਕਣਾ? ਸਮਾਨ ਵੀ ਨਹੀਂ ਚੁੱਕਣਾ ਸਾਡਾ, ਸਾਰਾ ਕਢਵਾ ਕਢੂ ਤੇ ਸਮਾਨ ਬਾਹਰ ਰਖਵਾ ਕੇ ਤੇ ਫਿਰ ਦਵਾ ਦਾ ਤਾਲਾ ਲਾ ਕੇ ਤੇ ਆਪ ਬਾਹਰ ਚਲਾ ਗਏ। ਜਿਹੜੇ ਚੀਜ਼ਾਂ ਸਾਰੀਆਂ ਆਪਣੀਆਂ ਉਹਨੇ ਆਪਦੇ ਅੰਦਰ ਦੂਸਰੇ ਸਮੇਟ ਦਿੱਤੀਆਂ। ਇਦੋਂ ਚੁੱਕ ਤੇ ਦਵਾ ਦਾ ਸਾਡਾ ਮਾੜਾ ਮੋਟਾ ਸਮਾਨ ਬਾਹਰ ਕੱਢਿਆ, ਬਾਕੀ ਅੰਦਰ ਹੀ ਪਿਆ ਸੀ ਤੇ ਚਲਿਆ ਗਿਆ, ਨੱਸ ਗਿਆ ਬਾਹਰ ਨੂੰ। ਮੈਂ ਚੱਲਿਆ, ਸਾਨੂੰ ਇਹਨੇ ਸਮਾਨ ਨਹੀਂ ਚਵਾਇਆ ਫਿਰ ਵਾਪਸ। ਅਸੀਂ ਫਿਰ ਚੁੱਪ ਕਰਕੇ ਸਬਰ ਕਰਕੇ ਘਰ ਆ ਗਏ। ਉਸ ਤੋਂ ਬਾਅਦ 7 ਦਿਨ ਹੋਏ ਸੀ। 7 ਦਿਨਾਂ ਬਾਅਦ ਮੇਰੀ ਬੱਚੀ ਨਾਲ ਇਹ ਕੰਮ ਕਰ ਲਿਆ। 7 दिन बाद आया है ते पहला घर आया वे? ਪਹਿਲੇ ਅੰਦਰ ਹੀ ਮੇਰੀ ਬੇਟੀ ਬੈਠੀ ਸੀ ਆਸ ਕਮਰੇ 'ਚ, ਮੇਰੀ ਭਾਬੀ ਦੇ ਘਰ ਅੰਦਰ ਬੈਠੀ ਸੀ, ਬੈੱਡ ਤੇ ਲੰਮੇ ਪਈ ਸੀ, TV ਵੇਖ ਰਿਹਾ ਸੀ ਤੇ ਬੱਤੀ ਗਈ ਹੋਈ ਸੀ ਤੇ ਅੰਦਰ ਪਿਆ ਸੀ। ਅਸੀਂ ਬਾਹਰ ਬੈਠੀਆਂ ਸੀ, ਸਾਨੂੰ ਨਹੀਂ ਪਤਾ ਚੱਲਿਆ। ਆਣ ਤੇ ਅੰਦਰ ਵੜ ਗਿਆ, ਅੰਦਰ ਵੜ ਕੇ ਤੇ ਮੇਰੀ ਨਿੱਕੇ ਵਾਰੀ ਨਾ ਰੈਸਟ ਮਾਰਿਆ ਸੀ ਤੇ ਅਸੀਂ ਛੇਤੀ ਨਾਲ ਉੱਠੀਆਂ ਤੇ आंधिया सार ਉਹਨੇ ਕੋਈ ਗੱਲ ਨਹੀਂ ਕੀਤੀ, ਆਂधी ਗੋਲੀ ਮਾਰਤੀ? ਆਂਦੇ ਗੋਲੀ ਮਾਰ ਦਿੱਤੀ ਤੇ ਦਵਾ ਦਾ ਬਾਹਰ ਨਿਕਲ ਗਿਆ, ਭੱਜ ਉੱਠਿਆ, ਭੱਜ ਕੇ ਚਲਾ ਗਿਆ। ਲੇਕਿਨ ਅਸੀਂ ਸਿਆਣ ਲਿਆ ਵੀ ਅਹਿਮਦ।
ਤੇ ਇਹ ਦੱਸੋ ਕਿ ਇਸ ਤੋਂ ਪਹਿਲਾਂ ਉਹਨੇ ਜਿਸ ਤਰ੍ਹਾਂ ਅੱਗੇ ਤੁਸੀਂ ਦੱਸੇ ਵੀ ਬ੍ਰਸਟ ਮਾਰਿਆ ਗੋਲੀਆਂ ਮਾਰ ਕੇ, ਉਸ ਤੋਂ ਪਹਿਲਾਂ ਤੁਹਾਡੀ ਬੇਟੀ ਨੂੰ ਜਾਂ ਤੁਹਾਨੂੰ ਕੋਈ ਧਮਕਾਇਆ, ਉਹਨੇ ਕੋਈ ਧਮਕੀ ਦਿੱਤੀ ਕਿ ਮੈਂ ਮਾਰ ਦਾਂਗਾ? ਕਹਿੰਦਾ ਸੀ ਮੈਂ ਦੂਸਰਾ ਤੁਹਾਡੇ ਨਾਲ ਸਮਾਨ ਨਹੀਂ ਚੁਆਇਆ ਸੁਣਾ ਜਿੱਦਨ ਆਂਦਾ ਸੀ ਮੈਂ ਤੁਹਾਡੇ ਨਾਲ ਨਿਬੜਾਂ ਦਾ, ਉੱਥੇ ਬਾਜ਼ਾਰ ਵਿੱਚ ਮੇਰੇ ਭਾਈਆਂ ਦੇ ਗੱਲ ਪੈਂਦਾ ਸੀ। ਆਂਦਾ ਸੀ ਮੈਂ ਤੁਹਾਡੇ ਨਾਲ ਨਿਬੜਾਂ ਦਾ, ਫਿਰ ਆਵਾਂਗਾ ਤੁਹਾਡੇ ਤੇ, मैं तुम्हें सामान नहीं देना चाहो, जिथे मर्जी भज लो, अदालत पई जे जिथे मर्जी चले जाओ। इस वक्त जी हमारे साथ मौजूद हैं मकतूला के छोटे मामू और उनसे हम बात करते हैं सारे मामले के हवाले से। सब तो पहला जनाब सानू बड़ा अफसोस है कि जुल्म होया तुहाडी भांजी नाल। ये दसो कि कदों तो सिलसिला जारी सी जुल्म दा, मारन दा? उहदी सस भी मारदी रही, उहनूं उहदा खामद भी मारदा रहा? जनाब 3 साल तो पहले जो शादी हुई उदों तो सिस्टम चलिया आंदा है ते 2-4 दिन तो बाद ये 5-10 दिन तो बाद ही काम शुरू हो गया है। 10 दिन इत्थे आइए, 2-4 दिन उत्थे, महीना इत्थे, 10 दिन उत्थे। ਇਹ ਨਿਜ਼ਾਮ ਉਦੋਂ ਦਾ ਹੀ ਖਰਾਬ ਚੱਲੀ ਆ ਰਿਹਾ। ਉਹਨੂੰ ਮਾਰਦਾ ਸੀ, ਕਹਿੰਦਾ ਸੀ ਵੀ ਪੈਸੇ ਲੈ ਕੇ ਆ ਮਾਮਿਆਂ ਕੋਲੋਂ। ਮਾਂ ਉਹਦੀ ਰੰਡੀ ਹੈਗੀ ਹੈ, ਮਾਂ ਉਹ ਕੀ ਦੇ ਸਕਦੀ? ਮਾਮਿਆਂ ਨੂੰ ਕਹਿੰਦਾ ਸੀ ਮਾਮਿਆਂ ਕੋਲ ਪੈਸੇ ਲੈ ਕੇ ਆ, ਲੱਖ ਰੁਪਈਆ, ਕਦੀ 2 ਲੱਖ ਰੁਪਈਆ ਦੀ ਡਿਮਾਂਡ ਕਰਦਾ ਹੈਗਾ ਸੀ। 2-4 ਦਫਾ ਅਸੀਂ 40-40 ਹਜ਼ਾਰ ਰੁਪਈਆ ਦਿੱਤਾ ਵੀ ਹੈਗਾ ਕਿ ਚਲੋ ਨਿਜ਼ਾਮ ਚੱਲਿਆ ਰਵੇ, ਕੁੜੀ ਸਾਡੀ ਵਸਦੀ ਰਹੇਗਾ। ਤੇ ਪਰ ਉਹਦੇ ਹਾਲਾਤ ਬਹੁਤ ਹੀ ਖਰਾਬ ਕੀਤੀ ਗਿਆ। ਬੱਚੀ ਨੂੰ ਮਾਰਦਾ ਸੀ, ਬੜਾ ਟੌਰਚਰ ਕਰਦਾ ਹੈਗਾ ਸੀ। ਲਿਹਾਜ਼ਾ ਇੱਥੋਂ ਦੀ ਕਿੰਨਾ ਗੱਲ ਆ ਗਈ ਕਿ ਉਹਨਾਂ ਇੱਥੇ ਕੁੜੀ ਨੂੰ ਰੱਖ ਲਿਆ ਵੀ ਚਲੋ ਇੱਥੇ ਨਿਜ਼ਾਮ ਚੱਲਿਆ ਜਾਵੇ। ਉਹਨੇ ਕਿਹਾ ਮੇਰੇ ਕੋਲ ਮਕਾਨ ਨਹੀਂ ਹੈ, ਮੇਰੇ ਕੋਲ ਫਲਾਣਾ ਹੈ ਟਿਮਕਾ, ਮੈਨੂੰ ਮਕਾਨ ਲੈ ਕੇ ਦਿਓ। ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ ਸੀ ਮਕਾਨ ਲੈ ਕੇ ਦਈਏ। ਅਸੀਂ ਤਾਂ ਖੁਦ ਤੁਹਾਡੇ ਸਾਹਮਣੇ ਵੇਖ ਲਓ ਕਿ ਸਾਡੇ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਨੇ। ਫਿਰ ਉਹਨੂੰ ਅਸੀਂ ਮਕਾਨ ਲੈਦਾ ਇੱਥੇ ਦੇ ਦਿੱਤਾ ਸੀ। ਇੱਥੇ ਉਹ ਰੈਸ਼ ਕਰਦਾ ਸੀ, ਆਉਂਦਾ ਸੀ ਦੂਜੇ ਤੀਸਰੇ ਦਿਨ ਆਉਂਦਾ ਹੈਗਾ ਸੀ, ਕੱਪੜੇ ਕੁਪੜੇ ਧਵਾ ਕੇ ਲੈ ਜਾਂਦਾ ਹੁੰਦਾ ਸੀ, ਰੋਟੀ ਪਕਵਾ ਕੇ ਲੈ ਜਾਂਦਾ ਸੀ। ਹਾਲਾਤ ਇਸ ਤਰ੍ਹਾਂ ਇੱਥੇ ਵੀ ਉਹ ਟੌਰਚਰ ਕਰਦਾ ਸੀ। ਅਸੀਂ ਫਿਰ ਵੀ ਬਰਦਾਸ਼ਤ ਕਰਦੇ ਹਾਂ, ਚਲੋ ਕੋਈ ਨਹੀਂ ਨਿਜ਼ਾਮ ਚੱਲਦਾ ਹੀ ਰਵੇ, ਸਾਡੀ ਕੁੜੀ ਵਸਦੀ ਰਵੇ। ਤੇ ਆਖਰ ਇਹ ਵਕੂਏ ਤੋਂ ਪਹਿਲੇ 7-8 ਦਿਨ ਪਹਿਲੇ ਨਿਜ਼ਾਮ ਇੰਨਾ ਖਰਾਬ ਹੋ ਗਿਆ ਕਿ ਨਹੀਂ ਚੱਲ ਰਿਹਾ ਸੀ ਨਿਜ਼ਾਮ। ਉਹਨੇ ਕਿਹਾ ਚਲੋ ਤੁਸੀਂ ਸਮਾਨ ਤੁਹਾਨੂੰ ਚੁਆ ਦਿੰਦੇ ਆਪਾਂ, ਤੁਸੀਂ ਫਾਰਗ, ਅਸੀਂ ਫਾਰਗ। ਸਮਾਨ ਲੈਣ ਗਿਆ ਸੀ, 2-4 ਬੀਬੀਆਂ 2-4 ਬੰਦੇ ਗਏ ਹੈਗੇ ਸਾਡੇ ਨਾਲ। ਉੱਥੇ ਵੀ ਉਹਨੇ ਫਿਰ ਸਮਾਨ ਚੁਆਉਣ ਦੇ ਬਹਾਨੇ ਵੀ ਉੱਥੇ ਬਦਤਮੀਜ਼ੀ ਕੀਤੀ ਹੈਗੀ। ਅਸੀਂ 4-5-10 ਬੰਦੇ ਗਏ, ਬੁੜੀਆਂ ਬੰਦੇ ਗਏ। ਫਿਰ ਅਸੀਂ ਸਬਰ ਸ਼ੁਕਰ ਕਰਕੇ ਵਾਪਸੀ ਆ ਗਏ। ਚਲੋ ਜਿਵੇਂ ਨਿਜ਼ਾਮ ਅਗਰ ਉਹੀ ਵੇਖੀ ਹੈਗੀ। ਇਹ ਸਮਾਨ ਚੁਆਉਣ ਤੋਂ ਬਾਅਦ 5-6 ਦਿਨ ਉੱਥੇ ਸਾਨੂੰ ਸਮਾਨ ਦੇ ਦੌਰਾਨ ਉਹਨੇ ਧਮਕੀਆਂ ਵੀ ਲਾਈਆਂ ਨੇ। ਉਹਨੇ ਕਿਹਾ ਵੇਖ ਲਾਂਗੇ ਤੁਹਾਡੇ ਰੰਗ ਇਹ ਉਹ ਵਾਦਾ ਕਾਟਾ ਤੁਸੀਂ ਨਿਜ਼ਾਮ। ਤੇ ਉਸ ਤੋਂ ਬਾਅਦ 5ਵੇਂ-7ਵੇਂ ਦਿਨ ਬਾਅਦ ਇਹ ਵਕੂਆ ਹੋ ਗਿਆ ਕਾਤਲਾਨਾ ਜੋ ਹੋਇਆ। ਕਿੰਨੇ ਦਿਨ ਉੱਥੇ ਘਰ ਵਸੀ ਸੀ? ਉਧਰ ਤਾਂ ਸਹੀ 3 ਮਹੀਨੇ ਵੀ ਨਹੀਂ ਵਸੀ। ਜਾਂਦੇ ਹੀ ਜ਼ੁਲਮ ਕਰਤਾ? ਹਾਂਜੀ। ਤੇ ਕੀ ਜ਼ੁਲਮ ਕਰਦੇ ਰਹੇ ਨੇ? ਸੱਸ ਨੇ 2 ਵਾਰੀ ਤਾਂ ਸਿਰ ਪਾੜਿਆ। 2 ਵਾਰੀ ਸਿਰ ਪਾੜਿਆ? ਹਾਂਜੀ। और पूरी मंडी को पता है इस चीज़ का। ਤੇ ਕੀ ਕਹਿੰਦੀ ਕਿ ਸੱਸ ਨੂੰ ਗੁੱਸਾ ਕਿਸ ਗੱਲ ਦਾ ਸੀ? ਉਹ ਮਾਂ ਪੁੱਤਰਾਂ ਦੀ ਬੰਦੀ ਨਹੀਂ ਸੀ। ਉਹ ਫਿਰ ਨੌ ਤੇ ਅਸਰ ਕਰਦੀ ਜੋ ਵੀ ਪੈਸਾ ਤੇਲਾ ਜੋ ਵੀ ਹੋਣਾ ਉਹਨੇ ਘਰ ਦੇਣਾ ਨਹੀਂ। ਬੇਟੀ ਨੇ ਖਾਣਾ ਤਾਂ ਹੈ ਸੀ ਨਾ। ਉਹ ਆਏ ਦਿਨ ਫਿਰ ਉਹਨੂੰ ਠੁੱਡੇ ਮਾਰ ਕੇ ਇੱਥੇ ਭੇਜ ਦਿੰਦੇ ਸੀ। ਇਹ ਮਗਰ ਆ ਜਾਂਦਾ। ਅਸੀਂ ਫਿਰ ਚੁੱਪ ਕਰਦੇ ਰਹੇ, ਬਰਦਾਸ਼ਤ ਕਰਦੇ ਰਹੇ। 3 ਸਾਲ ਇਸੇ ਟਾਈਮ ਇਵੇਂ ਹੀ ਗੁਜ਼ਰਿਆ ਤੇ ਸਾਰਿਆਂ ਦੇ ਸਾਹਮਣੇ ਹੁਣ ਅੱਜ ਤੋਂ 10 दिन पहले लड़ाई जिले हुई है तो उस दिन का नहीं आया, तो आया हूँ 10वें दिन 7वें दिन बाद पैर मार के चला गया। ਜਿਹੜੀ ਲੜਾਈ ਹੋਈ 8-10 ਦਿਨ ਪਹਿਲਾਂ ਉਸ ਦੀ ਕੀ ਵਜ੍ਹਾ ਸੀ? ਕਿਸ ਵਜ੍ਹਾ ਤੋਂ ਲੜਾਈ ਹੋਈ ਸੀ? ਲੜਾਈ ਇਹੋ ਹੀ ਉਹ ਕਹਿੰਦਾ ਮੈਨੂੰ ਆਪਦੇ ਮਾਮੇ ਕੋਲ 2 ਲੱਖ ਰੁਪਇਆ ਲੈ ਦੇ, ਕਦੀ ਬੋਲਦਾ 3 ਲੱਖ ਰੁਪਇਆ ਲੈ ਕੇ ਦੇ। ਸਮਾਨ ਚੁੱਕਣ ਗਏ ਸਾਂ ਅਸੀਂ ਨਾ ਰੋਜ਼ ਦੇ ਪੈਸੇ ਕਿੱਥੋਂ ਦੇਈਏ ਜੀ? ਅਸੀਂ ਤਾਂ ਆਪ ਦਿਹਾੜੀਦਾਰ ਬੰਦੇ ਹਾਂ, ਸਾਰੀ ਦਿਹਾੜੀ ਕਿਸੇ ਦੀ ਕਰਨੀ ਹੁੰਦੀ। ਫਾਇਰਿੰਗ ਕਿੰਨੀ ਦੇਰ ਕਰਦਾ ਰਿਹਾ ਉਹ? ਕਿੰਨੀਆਂ ਗੋਲੀਆਂ ਚਲਾਈਆਂ ਸੀ? 3-4 ਗੋਲੀਆਂ 3 ਚਲੀਆਂ ਨੇ। इस वक्त उसकी ममानी भी मौजूद है। ये भैन जी दसो अपना भांजी दे हवाले नाल वो कैसी सी? ਉਹਦਾ ਘਰ ਵਾਲਿਆਂ ਦਾ ਰਵੱਈਆ कैसा सी? ਬਈ ਸਹੀ ਸੀ, ਬਹੁਤ ਅੱਛੀ ਸੀ। ਬਸ ਇਹਨੇ ਸਾਡਾ ਵੀ ਨਾਲ ਆ ਕੇ ਜੀਣਾ। ਅੱਛਾ 3 ਸਾਲ ਹੋ ਗਏ ਇਹਨਾਂ ਨਾਲ ਸਾਡਾ ਵੀ ਜੀਣਾ ਦਿੱਤਾ ਸੀ। ਤੁਹਾਡੇ ਘਰ ਆ ਗਏ, ਇਸ ਘਰ ਦਾ ਮਾਹੌਲ ਵੀ ਖਰਾਬ ਕਰਤਾ? ਮਾਹੌਲ ਭਾਈ ਉਹਨੇ ਖਰਾਬ ਲੜਾਈ ਝਗੜਾ ਕਰਦਾ ਸੀ? ਉਹਦੇ ਨਾਲ ਲੜਾਈ ਝਗੜਾ ਕਰਦਾ ਸੀ ਨਾ। ਫਿਰ ਕੋਲ ਅਸੀਂ ਵੀ ਜ਼ਾਹਿਰ ਹੈ ਮਜਬੂਰ। ਹਾਂ ਤਰਸ ਆਉਂਦਾ ਸੀ ਕੋਲ। ਭਾਈ ਅਸੀਂ ਕੀ ਰੋਮਨਾ ਦੋਈਏ ਕਿ ਜੁੱਤੀ 6 ਮਹੀਨੇ ਹੋ ਗਏ ਨੇ, ਸਾਲ ਤਕਰੀਬਨ ਉਹਨੇ ਲੈ ਲੈਣ ਦੀ ਜੁੱਤੀ ਨਹੀਂ ਲੈ ਕੇ ਦਿੱਤੀ ਆਪਣੀ ਬੀਵੀ ਨੂੰ। ਬੀਵੀ ਨੂੰ ਜੁੱਤੀ ਉਹ ਕਦੀ ਮੇਰੀ ਪਾ ਲੈਂਦੀ, ਮਾਮਾ ਕੰਮ ਤੇ ਚਲਾ ਗਿਆ ਮਾਮੇ ਦੀ ਜੁੱਤੀ ਪਾ ਲਈ। ਮੈਂ ਇਹ ਨਹੀਂ ਜੁੱਤੀ ਮੇਰੀ ਨਹੀਂ ਪਈ। ਫਿਰ ਮੈਂ ਸ਼ਰਮ ਦੀ ਮਾਰੀ ਚੁੱਪ ਰਹੀ ਨਹੀਂ। ਮੈਂ ਜੁੱਤੀ ਆਖਾਂ ਦੀ ਮੰਨ ਗਈ ਮੇਰੀ ਦੇ ਕੇ ਚੁੱਪ ਕਰਕੇ ਮੈਂ ਉਵੇਂ ਲੱਗੀ ਫਿਰਨੀ। 3 ਸਾਲ ਹੋ ਗਏ ਨੇ ਭਾਈ ਉਸ ਬੰਦੇ ਨੇ ਸਾਡਾ ਵੀ ਨਾਲ ਜੀਣਾ ਆਰਾਮ ਕੀਤਾ ਹੈਗਾ। ਇਸ ਤੋਂ 2 ਮਾਹ ਪਹਿਲੇ ਮੈਨੂੰ ਨੇ ਨਾ ਬੱਚੀ ਨੂੰ ਗੱਲ ਦੱਸੀ ਹੋਈ ਸੀ ਵੀ ਮਾਮੀ ਮੱਟੀ ਨੂੰ ਨਾ ਤਾਲਾ ਲਾ ਕੇ ਰੱਖਦਾ। ਮੈਂ ਪੁੱਛਿਆ ਮੈਂ ਮੱਟੀ ਵਿੱਚ ਕੀ ਰੱਖਿਆ? ਆਂਦਾ ਮੈਂ ਪਿਸਟਲ ਰੱਖਿਆ ਕਾਹਦੇ ਵਾਸਤੇ? ਅਸੀਂ ਤੈਨੂੰ ਮਾਰਨ ਵਾਸਤੇ। ਮੈਂ ਆਖਿਆ ਚਲੋ ਚੰਗਾ ਮਾਰ ਦੇ, ਮੈਂ ਸ਼ਹੀਦਾਂ ਦੀ ਮੌਤ ਮਾਰ ਦਿਆਂਗਾ।
ਇਹ ਫੈਜ਼ਾ ਨੇ ਮੈਨੂੰ ਗੱਲ ਦੱਸੀ ਸੀ, ਪਰ ਮੈਨੂੰ ਨਹੀਂ ਪਤਾ ਸੀ ਇਹ ਨੌਬਤ ਆਵੇਗੀ। ਯਾਨੀ ਕਿ ਉਹ ਆਪਣੀ ਬੀਵੀ ਨੂੰ ਕਹਿੰਦਾ ਸੀ ਕਿ ਮੈਂ ਤੈਨੂੰ ਮਾਰਾਂਗਾ। ਮੈਂ ਫਿਰ ਕਿਸੇ ਨੂੰ ਇੱਧਰ ਉੱਧਰ ਨਹੀਂ ਦੱਸਿਆ ਸੀ, ਮੈਂ ਆਖਿਆ ਚਲੋ ਹਾਸੇ ਮਜ਼ਾਕ ਦੀ ਗੱਲ ਹੈਗੀ, ਕੀ ਕਰਨੀ ਹੈ। ਤੇ ਪਰ ਨੌਬਤ ਜੋ ਹੈ ਆਪਣਾ ਉਹਦਾ ਬੱਚਾ ਤੇ ਨਹੀਂ, ਬੱਚੀ ਦਾ ਮਸਲਾ ਭਾਈ ਉਹਨਾਂ ਦਵਾਈ ਨਹੀਂ ਲਈ, 3 ਸਾਲ ਹੋ ਗਏ ਨੇ, ਕੋਈ ਇਲਾਜ ਹੀ ਨਹੀਂ ਕਰਵਾਇਆ। ਔਲਾਦ ਨਹੀਂ ਸੀ। ਬੱਚੀ ਆਂਦੀ ਹੈ ਕੋਈ ਇਲਾਜ ਕਰਵਾ ਲਈਏ। ਉਹ ਘਰ ਵਸਾਨ ਵਾਲੇ ਚੱਕਰਾਂ 'ਚ ਹੀ ਨਹੀਂ ਹੈਗਾ ਸੀ, ਇਸ ਵਾਸਤੇ ਉਹਨੇ ਇਸ ਦਵਾਈ ਘਰ ਵੀ ਮਾਰਦਾ ਸੀ ਉਹਨੂੰ ਤੁਹਾਡੇ? 1-2 ਦਾ ਤਸ਼ੱਦਦ ਕੀਤਾ ਹੈਗਾ ਅੰਦਰ। ਅੱਛਾ। ਪਰ ਉਹਦੇ ਨਿਸ਼ਾਨਾਤ ਉਹਦੀ ਵਾਲਦਾ ਨੇ ਵੇਖੇ ਹੈਗੇ ਨੇ, ਮੰਮੀ ਵੇਖੇ ਨੇ, ਪਰ ਅਸੀਂ ਚੁੱਪ ਰਹਿ ਗਏ ਹਾਂ। ਘਰ ਆ ਕੇ ਮਾਰਿਆ ਘਰ ਇਸ ਤਰ੍ਹਾਂ ਹੀ ਆਇਆ ਵੀ ਉਹ ਅੱਗੇ ਵੀ ਆਉਂਦਾ ਸੀ ਕਦੀ ਕਦੀ, ਹਫਤੇ ਬਾਅਦ ਜਾਂ ਚੌਥੇ ਪੰਜਵੇਂ ਦਿਨ ਬਾਅਦ ਆਉਂਦਾ ਸੀ। ਇਹ ਸਾਡੀਆਂ ਬੁੜੀਆਂ ਬੇਖਬਰ ਸੀ ਵੀ ਚਲੋ ਘਰ ਦਾ ਜਵਾਈ ਭਾਈ ਹੈਗਾ। ਅਸੀਂ ਇਸ ਬੰਨੇ ਸਾਡਾ ਜ਼ਿਹਨ ਹੀ ਨਹੀਂ ਆਇਆ ਸੀ ਵੀ ਇਹਨੇ ਕਾਤਲਾਨਾ ਹਮਲਾ ਕਰਨਾ ਲੜਕੀ ਤੇ। ਅਸੀਂ ਤਾਂ ਇਸੇ ਚੱਕਰ 'ਚ ਹੈ ਸੀ, ਬੀਬੀਆਂ ਸਾਡੀਆਂ ਘਰ ਰਹੀਆਂ ਸੀ, ਇਸ ਚੱਕਰ 'ਚ ਹੀ ਹੈ ਸੀ ਵੀ ਅੱਗੇ ਤਰ੍ਹਾਂ ਆਇਆ ਸ਼ਾਇਦ ਮਨਾ ਮਨੂ ਕੇ ਫਿਰ ਸੁਲ੍ਹਾ ਸਫਾਈ ਨਾਲ, ਜਿਵੇਂ ਵੀ ਅਸੀਂ ਕਹਿੰਦੇ ਚਲੋ ਯਾਰ ਨਿਜ਼ਾਮ ਚੱਲਦਾ ਰਹੇ ਜਿਸ ਤਰ੍ਹਾਂ ਵੀ ਹੈ। ਪਰ ਉਹ ਕਿਸੇ ਹੋਰ ਜ਼ਿਹਨ ਨਾਲ ਹੀ ਆਇਆ ਸੀ, ਸਾਨੂੰ ਉਸ ਦਾ ਮੌਕੇ ਦਾ ਨਹੀਂ ਪਤਾ ਸੀ, ਕਿਸੇ ਹੋਰ ਜ਼ਿਹਨ ਨਾਲ ਆਇਆ ਸੀ। ਬਾਕੀ ਬੀਵੀਆਂ ਬੱਚੇ ਸਾਡੇ ਬਾਹਰ ਬੈਠੇ ਸੀ, ਉਹ ਲੜਕੀ ਅੰਦਰ ਬੈਠੀ ਸੀ, ਟੀਵੀ ਵੇਖਦੀ ਉੱਥੇ ਲੰਮੀ ਪੈ ਗਈ, ਬੱਤੀ ਚਲੀ ਗਈ, ਉੱਥੇ ਹੀ ਲੰਮੀ ਪੈ ਗਈ। ਤੇ ਉੱਥੇ ਅੰਦਰ ਗਿਆ, ਕੋਈ ਗੱਲਬਾਤ ਕੀਤੀ ਜਾਂ ਨਹੀਂ ਕੀਤੀ, ਇਸ ਚੀਜ਼ ਦਾ ਸਾਨੂੰ ਅਮਲ ਨਹੀਂ ਉਹਦੇ ਨਾਲ ਹੈਗਾ। ਗੱਲਬਾਤ ਪਤਾ ਨਹੀਂ ਲੱਗਾ। ਹਾਂਜੀ, ਸਾਨੂੰ ਨਹੀਂ ਪਤਾ ਲੱਗਿਆਗਾ, ਤਾਂ ਕਿ ਸਾਡਾ ਇੱਕ ਘਰ ਦਾ ਫਰਦ ਬਣਿਆ ਹੋਇਆ ਸੀ, ਅਸੀਂ ਉਹਨਾਂ ਦੇ ਸ਼ੱਕ ਹੀ ਨਹੀਂ ਕਰ ਸਕਦੇ ਹੈਗੇ ਸਾਂ। ਤੇ ਬਸ ਉਸ ਤੋਂ ਬਾਅਦ ਉਹਨੇ ਕਾਤਲਾਨਾ ਹਮਲਾ ਕਰਤਾ। ਫਾਇਰਾਂ ਦੀ ਆਵਾਜ਼ ਸੁਣਨ ਤੇ ਦੌਰਾਨ ਅਸੀਂ ਕੋਈ ਲੜਕੀ ਮੰਨੇ ਭੱਜੇ ਆ, ਉਹ ਮੌਕੇ ਤੋਂ ਫਰਾਰ ਹੋ ਗਿਆ। ਸਮਾਨ ਦਾ ਹੀ ਗੁੱਸਾ ਸੀ ਉਹਨੂੰ ਕਿ ਪਹਿਲਾਂ ਸ਼ੁਰੂ ਤੋਂ ਜਿਹੜਾ ਲੜਾਈ ਝਗੜਾ, ਇਹ ਸੱਸ ਕਿਉਂ ਮਾਰਦੀ ਸੀ ਜਾਂ ਸੱਸ ਮਾਰਦੀ ਸੀ? ਉਹ ਆਪ ਘਰ ਪੈਸੇ ਨਹੀਂ ਦਿੰਦਾ ਸੀ ਉਹਨਾਂ ਨੂੰ, ਖਰਚਾ ਮਰਚਾ ਨਹੀਂ ਦਿੰਦਾ ਸੀ। ਤੂੰ ਇਹਨੂੰ ਆਂਦੀਆਂ ਸੀ, ਤੂੰ ਆਪਦੇ ਬੰਦੇ ਨੂੰ ਕਿਹਾ ਸੀ ਤੈਨੂੰ ਦੇ ਖਰਚਾ ਮਰਚਾ। ਉਹ ਆਂਦੀ ਸੀ ਮੈਂ ਉਹਨੂੰ ਆਣੀ, ਉਹ ਆਂਦੀ ਉਹਨਾਂ ਕੋਲੋਂ ਲੈ, ਉਹ ਤੁਸੀਂ ਆਂਦੀ ਸੀ ਉਹਨਾਂ ਕੋਲੋਂ ਲੈ। ਮੈਂ ਕਿਹੜੇ ਦਾਨ ਦਾ ਜਾਵਾਂ ਵੀ ਮੈਨੂੰ ਤੁਸੀਂ ਖਰਚਾ ਦਿਓ, ਮੈਨੂੰ ਵਿਆਹ ਕੇ ਲਿਆਏ ਜੇ ਤੇ ਦਿਓ ਖਰਚਾ, ਮੈਂ ਕਿੱਥੋਂ ਲਿਆਉਣਾ? ਤੇ ਬਸ ਸੱਸ ਨੇ ਮਾਰਿਆ ਕੁੱਟਿਆ, ਕੱਢ ਦਿੱਤਾ ਬਾਹਰ, ਪਿੱਛੋਂ ਇਹਨੂੰ ਵੀ ਕੱਢ ਦਿੱਤਾ। ਆਪਸ 'ਚ ਉਹਨਾਂ ਦੀ ਸੁਲ੍ਹਾ ਹੀ ਅੰਦਰ ਖਾਤੇ ਸੁਲ੍ਹਾ ਸੀ ਉਹਨਾਂ ਦੀ ਅੰਦਰ ਖਾਤੇ ਸੁਲ੍ਹਾ ਹੀ ਸੀ। ਲੇਕਿਨ ਕਿ ਤੁਹਾਨੂੰ ਜ਼ਾਹਿਰ ਕਰਾਇਆ ਸੀ ਕਿ ਅਸੀਂ ਆਪਸ 'ਚ ਲੜੇ ਆ, ਤੇ ਇੱਥੇ ਹੀ ਆਉਂਦਾ ਸੀ, ਇੱਥੇ ਹੀ ਖਾਂਦਾ ਸੀ ਔਰ ਖਰਚਾ ਵੀ ਨਹੀਂ ਸੀ ਦਿੰਦਾ। ਨਹੀਂ, ਈਸ਼ ਬਰਾਤ ਤੇ ਕੱਪੜੇ ਮੈਂ ਬਣਾ ਤੇ ਖੁਦ ਦਿੰਦੀ ਸਾਂ ਉਹਨੂੰ। ਕਿ ਮੇਰੀ ਬੱਚੀ ਨੂੰ ਕਹਿੰਦਾ ਸੀ ਮੈਨੂੰ 3-4 ਲੱਖ ਰੁਪਈਆ ਦੇ ਲਿਆ ਕੇ ਆਪਦੇ ਮਾਂ ਪਿਓ ਕੋਲ, ਮਾਂ ਨੂੰ ਕਹਿ ਮਾਮਿਆਂ ਨੂੰ ਕਹਿ। 3-4 ਲੱਖ ਰੁਪਏ ਦੇ ਕੀ ਉਹਦਾ ਕੀ ਕਹਿੰਦਾ ਸੀ ਕਰਨਾ? ਉਹ ਮੈਂ ਜੋ ਮਰਜ਼ੀ ਇਹ ਕਰਾਂ, ਮੈਂ 3-4 ਲੱਖ ਰੁਪਈਆ ਦੇ ਲਿਆ ਕੇ ਤੇ ਫਿਰ ਮੈਂ ਤੈਨੂੰ ਰੱਖਾਂਗਾ, ਨਹੀਂ ਤੇ ਨਹੀਂ ਰੱਖਾਂਗਾ, ਨਹੀਂ ਤੇ ਮੈਂ ਤੁਹਾਡੇ ਨਾਲ ਫਿਰ ਆਪੇ ਪਕੜਨਾ। ਇਹ ਪਰਚਾ ਹੋ ਗਿਆ ਤੁਹਾਡਾ? ਪੁਲਿਸ ਵਾਲੇ ਕੀ ਕਹਿੰਦੇ ਨੇ ਤੁਹਾਨੂੰ? ਪੁਲਿਸ ਵਾਲੇ ਕਹਿੰਦੇ ਨੇ ਥੋੜਾ ਫੜਨੇ ਆ। ये जी FIR दर्ज हो चुकी है, वो नस्या फिरता है। मुकामी जो थाने की पुलिस है बकौल इनके कि जी जल्द से जल्द कार्रवाई की जाएगी, मुलज़म पकड़ा जाएगा। लेकिन हम यही अपील करेंगे कि इस मज़लूम माँ की और उस मज़लूम लड़की जिसको बड़ी बेरहमी से पहले तो 3 साल तक तशद्दुद का निशाना बनाया जाता रहा, उस पर जुल्म ढाए जाते रहे और आखिरकार उसको बड़ी बेरहमी से कत्ल कर दिया गया। बच्ची को मारदानी की, तेन मेरी बच्ची मार दी, कुट्टी रखी उन्हें, निशान बने। मैं आपकी बच्ची ने पूछा, उन्हें घर सामने मारा, फिर क्या नहीं मैंने कुछ भी नहीं होया, वैसे मैं खारिज की। उन्हें गुट्टे इधर भी गुट्ठे लगे से, इधर भी गुट्ठे लगे से। वो तशद्दुद बर्दाश्त करती रही सिर्फ घर बसाने के लिए। लेकिन एक चीज याद रखिए, जो जालिम जानवर अब किसी की बेटी को ब्याह कर ले जाएं और जब उस पर हाथ उठाना शुरू कर दें, उसको मारना शुरू कर दें, उस पर बेईमाना तशद्दुद करना शुरू कर दें, तो खुदा रहा ऐसे जालिमों के साथ घर बसाने का सोचना भी नहीं चाहिए। क्योंकि अंजाम ऐसा ही होता है, जो शख्स तशद्दुद कर रहा है, मार रहा है, उसको उसकी तज़लील कर रहा है, किसी की बेटी की जो उसकी बीवी है, जिसके हकूक़ अदा करने, जिसका अच्छे तरीके से उसको ज़िंदगी की सहूलियात फराहम करना उस शख्स का फ़र्ज़ है। लेकिन वो क्या करते हैं, ऐसे लोग मारना पीटना तशद्दुद करना, और लड़कियां मार खाती रहती हैं। बेचारे बेटियों के जो वालिदैन हैं वो इसीलिए चुप रहते, घर बसा रहे। ऐसे घर बसा नहीं रहता, अंजाम ऐसा ही होता है। जो लोग तशद्दुद करते हैं, मारते हैं किसी की बेटियों को, बहुओं को, बीवियों को, वो आखिरकार ऐसा अंजाम भी होता है कि बहुत सारे केसेस मैंने जुर्म नकाब प्रोग्राम में जो प्रोग्राम्स किए हैं, आखिरकार अंजाम यही होता है कि बड़ी बेरहमी से लड़कियों को, बेटियों को, बीवियों को मार दिया जाता है। और ऐसा ही यहाँ पर भी हुआ। ਜਦੋਂ ਤੁਸੀਂ ਗਏ ਹੋ ਮਾਰ ਕੇ ਨਸ ਗਿਆ ਤੇ ਬੇਟੀ ਵਾਲ ਨਸੇ ਹੋ ਤੁਸੀਂ ਆਪਣੇ? ਜਦੋਂ ਬੇਟੀ ਵਾਲ ਆਏ ਉਹਲੇ ਤੇ ਦੋਵੇਂ ਇੱਥੋਂ ਨਿਕਲ ਗਿਆ। ਅਸੀਂ ਫਿਰ ਆਪਣਾ ਬੇਟੀ ਨੂੰ ਸੰਭਾਲ ਲਿਆ। ਆਪਣੇ ਉਸ ਟਾਈਮ ਕੀ ਸੀ ਉਹਦਾ ਮਸਲਾ? ਉਸ ਟਾਈਮ ਉਹਦੀ ਮੌਤ ਹੋ ਗਈ ਸੀ ਕਿ ਹਸਪਤਾਲ ਲੈ ਗਏ? ਨਹੀਂ, ਉਹਨੂੰ ਅਸੀਂ ਲੈ ਕੇ ਗਏ ਹਾਂ ਜੀ ਕਸੂਰ ਵਾਲਾ ਲਾਹੌਰ ਭੇਜਤਾ ਜਨਰਲ। ਗੋਲੀਆਂ ਲੱਗਣ ਤੋਂ ਬਾਅਦ ਕੁਝ ਦੇਰ ਤੱਕ ਸੀ ਜਨਰਲ ਪਹੁੰਚੀਆਂ ਤੇ ਉੱਥੇ ਫੌਤ ਹੋ ਗਈ।
ਤੇ ਗੋਲੀਆਂ ਕਿੰਨੀਆਂ ਲੱਗੀਆਂ ਸਨ ਉਹਨੂੰ? गोलियां 3 3 ਗੋਲੀਆਂ ਲੱਗੀਆਂ ਸੀ। ਕਿੱਥੇ ਕਿੱਥੇ ਮਾਰੇ ਸੀ ਫਾਇਰ? 2 है लगी हैं बाकी चलो। उस जालिम शख्स ने सर पर गोलियां मारी हैं अपनी बीवी को। ऐसा भी क्या जुल्म है जी? तुम खुद इस काबिल नहीं हो। बाज़ औक़ात लोग इस काबिल होते नहीं हैं कि वो अपने घर को संभाल सके, अपनी बीवी बच्चों का ख्याल रख सके, और उस पर उनकी अना और गुस्सा इस हद तक होता है कि जी वो बंदूक उठाई और गोलियां चला दी। इस जालिम ने भी सर पर गोलियां मारी हैं। घर वाले जितने जोगे थे बेचारे ये लेकर भागे हैं, अपनी बेटी को अस्पतालों में गए हैं, लेकिन यहाँ पर ज़ाहिर इतनी सहूलियात नहीं थी। उन्होंने लाहौर रेफ़र किया। लाहौर जब पहुँची है बेचारी तो उस बच्ची की जो है वो मौत वाक़या हो गई। पुलिस का रवैया किस तरह है? उसने जी ਅਸੀਂ ਗਏ ਹਾਂ ਉਹਨਾਂ ਨੇ ਉਸ ਟਾਈਮ ਗੱਲ ਸੁਣੀ ਤੁਹਾਡੀ? ਹਾਂਜੀ ਸੁਣੀ ਗਿਆ। अच्छा, ਉਹਨਾਂ ਨੇ ਗੱਲ ਸੁਣੀ ਅੱਛੇ ਤਰੀਕੇ ਨਾਲ। ਉਹਨਾਂ ਨੇ ਪਰਚਾ ਆਪੇ ਕੱਟਿਆ ਜਨਾਬ। ठीक है। ਉਹਨਾਂ ਬਾਰੋ-ਬਾਰ ਜ਼ਬਾਨਤਾਂ ਕਰਵਾ ਲਈਆਂ ਜਨਾਬ। ਉਹਦੇ ਪਿੱਛੇ ਉਹਨਾਂ ਨੇ ਦੱਸਿਆ ਸੀ ਵੀ ਜਦੋਂ ਤੁਹਾਡੀ ਜ਼ਰੂਰਤ ਬਣੀ ਅਸੀਂ ਤੁਹਾਨੂੰ ਫੋਨ ਕਰਾਂਗੇ ਤੇ ਤੁਸੀਂ ਆ ਜਾਣਾ। ਅਸੀਂ ਕਿਹਾ ਜੀ ठीक है ਅਸੀਂ ਆ ਜਾएंगे। पुलिस तावन ठीक कर दी थी। हाँ जी बिल्कुल। अभी ये मामला है जी कानूनी पेचीदगियाँ हैं। यहाँ पर हमारी गुजारिश है आला हुकाम से, कानून बनाने वालों से, कानून नाफिज करवाने वालों से, कि जो लोग कत्ल या इस तरह के जुल्म करते हैं, खुदारा ऐसे लोगों की इतनी जल्दी ज़मानतें भी नहीं होनी चाहिए। हम गुजारिश कर सकते हैं, हम अपील कर सकते हैं। अब पुलिस ने तो फौरी FIR दर्ज कर ली, गिरफ्तारी की कोशिश कर रहे हैं, लेकिन इस वक्त वो लोग जो हैं वो अबूरी ज़मानतों पर हैं। तो अब पुलिस कोशिश करेगी, जो ही ज़मानत का मामला ख़त्म होता है उसके फ़ौरन बाद वो उनके ख़िलाफ़ कार्रवाई यकीनन करेंगी मुकामी पुलिस। और यही विजन है वज़ीर आला पंजाब मरीम नवाज़ साहिबा का और IG पंजाब डॉक्टर उस्मान साहब का, जिसको आगे लेकर DPO कसूर ईसा सुखेरा लेकर चल रहे हैं, कि किसी भी मज़लूम के साथ जुल्म करने वाले को कानून के मुताबिक ज़रूर पकड़ा भी जाएगा और उसके ख़िलाफ़ कार्रवाई भी होगी। और हम भी यही उम्मीद करते हैं कि इस केस में भी ये गरीब मामू है मकतूला का, FIR तो दर्ज हो चुकी है, लेकिन ये भी मकतूला की माँ, मकतूला के सब घर वाले इंसाफ के जो है मुंतज़िर हैं, और हमें उम्मीद है कि इन लोगों को इंसाफ ज़रूर मिलेगा। साथ उनके हमसाई हैं। आप बताइएगा उस बच्चे के हवाले से। भाई और बच्ची बहुत अच्छी सी, बड़ी जिन्नी भी आखी ना उन्नी अच्छी सी। सानू इन्ना अपने वाला दा दुख नहीं होया जिन्ना उनका दुख होया फौत होई दा। भाई साडे नाल जांदी सी, मकई छिलदी सी, ਅਸੀਂ ਇੱਥੇ ਰੋਟੀ ਪਕਾਉਣ ਆਉਣਾ ਤੰਦੂਰੀ ਤੇ ਉਹਨੇ ਆਪਣੇ ਬੰਦੇ ਦੇ ਮਗਰ ਰੋਟੀ ਲੈ ਕੇ ਲੱਗੀ ਫਿਰਨਾ। ਉਹਨੇ ਰੁੱਸ ਪੈਣਾ, ਉਹਨੇ ਬੱਚਿਆਂ ਤਰ੍ਹਾਂ ਨੂੰ ਮਨਾਉਣਾ, ਉਹਨੇ ਨਾ ਅੰਦਰ ਵਾੜ ਕੇ ਉਹਨੂੰ ਰੋਟੀ ਖਵਾਉਣੀ, ਉਹਨੇ ਬੜਾ ਕੁਛ ਉਹਦੇ ਨਾਲ ਕਰਦੀ ਸੀ, ਪਰ ਉਹਨੇ ਉਹਦੇ ਨਾਲ ਨਾ ਉਹ ਬੰਦਿਆਂ ਵਾਲਾ ਸਲੂਕ ਵਰਤਿਆ ਹੀ ਨਹੀਂ ਹੈ। यानी कि बीवी अपने शोर ਨੂੰ हर मुमकिन कोशिश करती थी, जी भाई प्यार करती थी, ख्याल रखती थी ਉਹਦਾ। जी भाई ਸਾਡੇ ਸਾਹਮਣੇ ਉਹ ਸ਼ਰਮ ਨਹੀਂ ਸੀ ਕਰਦੀ। ਅਸੀਂ ਉਹਨੂੰ ਕਹਿਣਾ ਫੈਜ਼ਾ ਤੂੰ ਐਵੇਂ ਕਿਉਂ ਕਰਨੀ ਹੈ, ਤੇਰੇ ਨਾਲ ਇੰਨਾ ਤਾਂ ਜ਼ੁਲਮ ਰੱਖਦਾ ਹੀ ਨਹੀਂ, ਜ਼ੁਲਮ ਹੀ ਨਹੀਂ ਇੰਨਾ ਕਰਦਾ ਹੈ, ਰਾਜ਼ੀ ਕਰਦੀ ਫਿਰਦੀ ਤੇ ਤੂੰ ਵੇ ਕਿੰਨਾ ਉਹਨਾਂ ਨਾਲ ਪਿਆਰ ਕਰਨੀ। ਮੈਨੂੰ ਸਾਨੂੰ ਅੱਗੋਂ ਕਹਿੰਦੀ ਚੱਲੋ ਨਹੀਂ ਚੱਲੋ, ਮੇਰਾ ਤੇ ਮੇਰੇ 'ਚ ਜਾਨ ਹੈ, ਮੇਰੀ ਉਹਦੇ ਵਿੱਚ ਜਾਨ ਹੈ, ਤੁਸੀਂ ਕੌਣ ਹੋਵੋ ਮੈਨੂੰ ਇੰਜ ਕਹਿਣ ਵਾਲੀਆਂ। ਅੱਗੋਂ ਸਾਨੂੰ ਲਾੜ ਪੈਂਦੀ, ਅਸੀਂ ਆਖਣਾ ਚਲੋ ਪੈਣਾ ਸਹੀ ਹੈ। ਉਹਨੇ ਬਾਈ ਬੂਵੇ ਤਿਕਰਾਂ ਚਲੀ ਜਾਣਾ ਪਿੱਛੇ ਰੋਟੀ ਲੈ ਕੇ। ਉਸ ਜ਼ਾਲਮ ਨੇ ਉਹਦਾ ਕੋਈ ਮੁੱਲ ਨਹੀਂ ਪਾਇਆ। ਸਾਡੇ ਨਾਲ ਵਿਚਾਰੀ ਬੁਰਖਾ ਪਾ ਕੇ ਮਕਈਆਂ ਛਿੱਲਣ ਜਾਂਦੀ ਸੀ, ਉੱਥੇ ਮਕਈ ਦੇ ਵਿੱਚ ਬੁਰਖਾ ਲਾ ਦਿੰਦੀ ਸੀ, ਮਕਈ ਛਿੱਲ ਆਉਂਦੀ ਸੀ, ਫਿਰ ਵਾਪਸੀ ਜਦੋਂ ਘਰਾਂ ਨੂੰ ਆਉਂਦੀ ਸੀ ਫਿਰ ਬੁਰਖਾ ਪਾ ਕੇ ਫਿਰ ਘਰ ਆ ਜਾਂਦੀ ਸੀ। ਦੁਬਾਰਾ ਤੁਸੀਂ ਅਪੀਲ ਕਰ ਸਕਦੇ ਹੋ, ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਕਹਿਣਾ ਚਾਹਾਂਗੇ ਮੇਰੀ ਧੀ ਦਾ ਇਨਸਾਫ ਚਾਹੀਦਾ ਮੈਨੂੰ। ਇਹ ਜਿੰਨਾ ਚਿਰ ਫਾਂਸੀ ਨਾ ਲੱਗੇ ਮੈਂ ਇਹਨੂੰ ਸਕੂਨ ਨਹੀਂ ਆਉਣਾ ਜਿੰਨਾ ਮੇਰੀ ਧੀ ਨੂੰ ਮਾਸੂਮ ਨੂੰ ਮਾਰਿਆ ਇਹਨੇ। ਬੇਟੀ ਦੀ ਉਮਰ ਕਿੰਨੀ ਸੀ ਤੁਹਾਡੀ? ਬੇਟੀ ਦੀ ਉਮਰ 18-16 ਸਾਲ ਲੱਗੀ, 19 ਸਾਲ 19 ਸਾਲ लगी 19-20 साल बेटी बेचारी की शादी हो सकता है 16-17 साल की होगी जब उसकी शादी होगी। 3 साल से वो जुल्म बर्दाश्त करती रही, और उसके बाद पैसा खाने की लालच में उन लोगों ने उस बच्ची को उसका बसाया नहीं अपने घर में, और फिर उसके बाद इतनी बेरहमी से वो कहते हैं ना कि जीने भी नहीं देते लोग। अगर वो उसका खर्चा नहीं उठा सकता था, उसकी केयर नहीं कर सकता तो बच्ची अपनी माँ के घर आ गई हुई थी। इसके जो भी रुखी सुखी जो भी मामलात थे अपने सिस्टम चला रहे थे ये लोग, लेकिन उस जालिम ने घर में घुसकर, अपनी बीवी के घर में घुसकर बड़ी बेरहमी से उसे गोलियां मार कर मुबैना तौर पर कत्ल कर दिया। और हम यही अपील करते हैं कि इस मजलूम माँ को, उस मजलूम बेटी को कानून के मुताबिक इंसाफ मिले, और जिसने ये जुल्म किया है उस शोहर ने जो मुबैना तौर पर कातिल है अपनी बीवी का, उसको गिरफ्तार किया जाए और उसके खिलाफ कानून के मुताबिक कड़ी से कड़ी कार्रवाई की जाए। इस दुआ के साथ कि अल्लाह ताला हम सब पर रहम करम और फजल फरमाए, अल्लाह ताला हमें हर तरह
और हर किसी के शर से बचाए। मुझे इजाज़त दीजिएगा। अल्लाह हाफ़िज़।